ਤੁਸੀਂ ਦੇਖ ਰਹੇ ਹੋ ਦ ਅਨਮਿਊਟ। ਮੈਂ ਹਾਂ ਰਾਜਵਿੰਦਰ ਕੌਰ। 8 ਮਾਰਚ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾਇਆ ਜਾਂਦਾ ਹੈ ਔਰ ਇਸ ਦਿਨ ਤੇ ਵੱਖ-ਵੱਖ ਖੇਤਰਾਂ ਦੇ ਵਿੱਚ ਯੋਗਦਾਨ ਪਾਉਣ ਵਾਲੀਆਂ ਸਾਰੀਆਂ ਮਹਿਲਾਵਾਂ ਨੂੰ ਯਾਦ ਕੀਤਾ ਜਾਂਦਾ ਹੈ, ਸਜਦਾ ਕੀਤਾ ਜਾਂਦਾ ਹੈ, ਉਹਨਾਂ ਨੂੰ ਵਧਾਈ ਦਿੱਤੀ ਜਾਂਦੀ ਹੈ। ਔਰਤ ਹੈ ਜਿਹੜਾ ਹਰ ਰਿਸ਼ਤਾ ਬਖੂਬੀ ਨਿਭਾਉਂਦੀ ਹੈ, ਚਾਹੇ ਮਾਂ ਦਾ ਰਿਸ਼ਤਾ ਹੋਵੇ, ਭੈਣ ਦਾ ਰਿਸ਼ਤਾ ਹੋਵੇ, ਧੀ ਦਾ ਰਿਸ਼ਤਾ ਹੋਵੇ। ਤੇ ਔਰਤ ਦੇ ਵਿੱਚ ਅਗਰ ਸਹਿਣਸ਼ੀਲਤਾ ਦੀ ਗੱਲ ਕਰੀਏ ਤਾਂ ਵੱਡੇ ਜ਼ਖਮ ਹੈ ਜਿਹੜੇ ਔਰਤ ਸਹਿਣ ਕਰ ਜਾਂਦੀ ਹੈ ਤੇ ਉਫ ਤੱਕ ਨਹੀਂ ਕਰਦੀ। ਪਰ ਸਵਾਲ ਇੱਥੇ ਇਹ ਵੀ ਖੜਾ ਹੁੰਦਾ ਹੈ ਕਿ ਕੀ ਸਿਰਫ ਇੱਕ ਦਿਨ ਹੀ ਔਰਤਾਂ ਨੂੰ ਬਣਦਾ ਮਾਣ ਸਨਮਾਨ ਦੇਣਾ ਚਾਹੀਦਾ ਤੇ ਬਾਕੀ ਦੇ ਦਿਨ ਔਰਤਾਂ ਨੂੰ ਮਾਣ ਸਨਮਾਨ ਮਿਲਦਾ ਜਾਂ ਨਹੀਂ ਮਿਲਦਾ? ਇਸ ਵਿਸ਼ੇ ਤੇ ਅੱਜ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਲਿਲੀ ਸਵਰਨ ਜੀ, ਜੋ ਕਿ ਪੋਇਟ ਵੀ ਨੇ, ਆਥਰ ਵੀ ਨੇ। ਹੁਣ ਤੱਕ ਉਹਨਾਂ ਦੀਆਂ ਜਿਹੜੀਆਂ 5 ਕਿਤਾਬਾਂ ਪਬਲਿਸ਼ ਹੋ ਚੁੱਕੀਆਂ ਤੇ 17 ਲੈਂਗੁਏਜ ਦੇ ਵਿੱਚ ਉਹਨਾਂ ਨੂੰ ਟਰਾਂਸਲੇਟ ਵੀ ਕੀਤਾ ਗਿਆ। ਜੇਕਰ ਅਵਾਰਡ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਸਾਰੇ ਅਵਾਰਡ ਵੀ ਹਾਸਿਲ ਕਰ ਚੁੱਕੇ ਆ। 50 ਤੋਂ ਵੱਧ ਅਵਾਰਡ ਉਹਨਾਂ ਨੂੰ ਮਿਲ ਚੁੱਕੇ ਆ। ਤੇ ਗੱਲ ਕਰਾਂਗੇ ਕਿ ਉਹਨਾਂ ਦੀ ਲਾਈਫ ਕਿਸ ਤਰ੍ਹਾਂ ਦੀ ਸੀ, ਕਿਸ ਤਰ੍ਹਾਂ ਉਹਨਾਂ ਨੇ ਕਵਿਤਾਵਾਂ ਲਿਖਣੀਆਂ ਸ਼ੁਰੂ ਕੀਤੀਆਂ, ਕਿਸ ਤਰ੍ਹਾਂ ਉਹਨਾਂ ਨੂੰ ਸ਼ੋਹਰਤ ਮਿਲੀ, ਉਹਨਾਂ ਦੀ ਲਾਈਫ ਦੀ ਕਹਾਣੀ ਕੀ ਆ। ਔਰ ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮੈਮ, ਔਰ ਸਵਾਗਤ ਹੈ ਤੁਹਾਡਾ ਦ ਅਨਮਿਊਟ ਤੇ। ਸਤਿ ਸ਼੍ਰੀ ਅਕਾਲ ਜੀ। ਮੈਨੂੰ ਬਹੁਤ ਅੱਛਾ ਲੱਗ ਰਿਹਾ ਕਿ ਤੁਸੀਂ ਮੈਨੂੰ ਇਸ ਲਾਇਕ ਸਮਝਿਆ ਕਿ ਤੁਸੀਂ ਮੈਨੂੰ ਦ ਅਨਮਿਊਟ ਤੇ ਬੁਲਾਇਆ। ਤੁਸੀਂ ਪੋਇਟ ਵੀ ਹੋ, ਬਹੁਤ ਸਾਰੀਆਂ ਕਵਿਤਾਵਾਂ ਤੁਸੀਂ ਲਿਖ ਚੁੱਕੇ ਹੋ ਤੇ ਅੱਜ ਮਹਿਲਾ ਦਿਵਸ ਤੇ ਤੁਸੀਂ ਔਰਤਾਂ ਲਈ ਕੋਈ ਕਵਿਤਾ ਮੈਂ ਕਹਿੰਦੀ ਹਾਂ ਕਿ ਜ਼ਰੂਰ ਪਹਿਲਾਂ ਸਾਂਝੀ ਕਰੋ। ਮਹਿਲਾ ਦਿਵਸ ਐਕਚੁਅਲੀ ਮੈਨੂੰ ਨਹੀਂ ਲੱਗਦਾ ਕਿ ਇੱਕ ਦਿਨ ਹੋਣਾ ਚਾਹੀਦਾ ਨਾ ਸਾਡੇ ਵਾਸਤੇ, ਕਿਉਂਕਿ ਜੋ ਸਾਡੇ ਵਿੱਚ ਖੂਬੀਆਂ ਹੈ ਉਹ ਮੈਨੂੰ ਲੱਗਦਾ ਹੈ ਕੋਈ ਕਿਸੇ ਦਿਨ ਦੀ ਮੁਹਤਾਜੀ ਨਹੀਂ ਉਹਨਾਂ ਨੂੰ, ਹੈ ਨਾ। ਸਾਡੇ ਅੰਦਰ ਇੱਕ ਤਰ੍ਹਾਂ ਨਾਲ ਐਸੀ ਸਹਿਣਸ਼ੀਲਤਾ ਦਾ ਦਰਿਆ ਵਗਦਾ ਹੈ ਜਿਹੜਾ ਕਿ ਸਾਨੂੰ ਹੀ ਪਤਾ ਹੈ ਕਿਉਂਕਿ ਅਸੀਂ ਔਰਤਾਂ ਵਾਂ, ਹੈ ਨਾ। ਕਿਸੇ ਆਦਮੀ ਨੂੰ ਉਸ ਚੀਜ਼ ਦੇ ਬਾਰੇ ਕੋਈ ਜ਼ਿਆਦਾ ਗੁਮਾਨ ਨਹੀਂ ਹੋ ਸਕਦਾ, ਹੈ ਨਾ। ਪਰ ਮੈਂ ਇੱਕ ਪਿਆਰੀ ਜੀ ਉਰਦੂ ਦੀ ਆਪਣੀ ਲਿਖੀ ਗਜ਼ਲ ਸੁਣਾਵਾਂਗੀ ਜੋ ਕਿ ਮਤਲਬ ਔਰਤਾਂ ਬਾਰੇ ਅੱਛੀਆਂ ਗੱਲਾਂ ਹੀ ਕਹਿੰਦੀ ਹੈ ਨਾ, ਕਿ ਔਰਤ ਕੀ ਕਹਿ ਸਕਦੀ ਹੈ ਇੱਕ ਆਦਮੀ ਨੂੰ। मतलब लेट्स स्टार्ट ऑन अ हैप्पी नोट, है ना जी। तो इरशाद करेंगी आप तो मैं पेश करती हूँ। तो मक्ता हाजिर है कि बाद मुद्दत के उसने पहचाना, बाद मुद्दत के उसने पहचाना, फिर भी देखा न मेरा वीराना, फिर भी देखा न मेरा वीराना। क्यों न कहते कि है कबूल हमें, क्यों न कहते कि है कबूल हमें, गम का लाए जो आप नजराना, गम का लाए जो आप नजराना। शेर शुक्रिया। शेर अर्ज कर रही हूँ। इतनी शिद्दत से हमने सींचा है, इतनी शिद्दत से हमने सींचा है, आंसुओं से भीगा अफसाना, आंसुओं से ये भीगा अफसाना। अगला शेर पेश करती हूँ। तू इबादत है, तू ही जन्नत है, तेरे दर ही है मेरा मैखाना, तेरे दर ही है मेरा मैखाना। और इश्क का राज करते हैं अफशां, इश्क का राज करते हैं अफशां, सामने आईने के शर्माना, सामने आईने के शर्माना। और कहना मैयत पे आने वालों को, कहना मैयत पे आने वालों को, मेरी आँखें न कभी न दफनाना, मेरी आँखें कभी न दफनाना। और मक्ता पेश कर रही हूँ कि जो सबा दिल में मेरे रहता है, जो सबा दिल में मेरे रहता है, लोग कहते हैं उसको दीवाना, लोग कहते हैं उसको दीवाना। बहुत खूब है, ਮਿਹਰਬਾਨੀ। ਜਿਸ ਤਰ੍ਹਾਂ ਕਿ ਅੱਜ ਆਪਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਮਨਾ ਰਹੇ ਹਾਂ, ਜਗ੍ਹਾ ਜਗ੍ਹਾ ਤੇ ਫੰਕਸ਼ਨ ਵੀ ਕੀਤੇ ਜਾਂਦੇ ਆ ਜਿਨ੍ਹਾਂ ਨੇ ਯੋਗਦਾਨ ਪਾਇਆ ਹੁੰਦਾ, ਚਾਹੇ ਆਜ਼ਾਦੀ ਦੀ ਗੱਲ ਕਰ ਲਈਏ, ਜੇਕਰ ਹਿਸਟਰੀ ਤੇ ਨਜ਼ਰ ਮਾਰੀਏ ਤਾਂ ਰਾਣੀ ਲక్ష్ਮੀ ਬਾਈ ਉਹ ਵੀ ਆਪਣੇ ਹੱਕਾਂ ਲਈ ਲੜੇ। ਅੱਜ ਔਰਤਾਂ ਕੋਈ ਵੀ ਅਜਿਹਾ ਖੇਤਰ ਨਹੀਂ ਗਾ ਕਿ ਜਿੱਥੇ ਔਰਤਾਂ ਦੀ ਪਹੁੰਚ ਨਹੀਂ ਹੈਗੀ। ਪਾਇਲਟ ਵੀ ਨੇ, ਸਿਆਸਤ ਦੇ ਵਿੱਚ ਵੀ ਨੇ। ਪਰ ਜੇਕਰ ਘਰੇਲੂ ਔਰਤ ਦੀ ਗੱਲ ਕਰੀਏ, ਪਰਿਵਾਰ ਦੇ ਦੇਖੋ ਸਾਰੇ ਮੈਂਬਰਾਂ ਦਾ ਖਿਆਲ ਰੱਖਦੀ ਹੈ, ਸੁਬਾਹ ਤੋਂ ਲੈ ਕੇ ਸ਼ਾਮ ਤੱਕ ਹਰ ਇੱਕ ਨੂੰ ਉਸਨੇ ਦੇਖਣਾ ਹੁੰਦਾ। ਪਰ ਜਦੋਂ ਕਿਤੇ ਵੀ ਸੁਸਾਇਟੀ 'ਚ ਗੱਲ ਆਉਂਦੀ ਹੈ ਤਾਂ ਤੁਹਾਨੂੰ ਨਹੀਂ ਲੱਗਦਾ ਕਿ ਹਾਊਸ ਵਾਈਫ ਕਹਿਣਾ, ਕਿ ਅਗਰ ਕਿਸੇ ਦੇ ਪਤੀ ਤੋਂ ਕੋਈ ਪੁੱਛਦਾ ਹੈ ਕਿ ਕੀ ਕਰਦੀ ਹੈ ਤੁਹਾਡੀ ਵਾਈਫ, ਤਾਂ ਹਾਊਸ ਵਾਈਫ ਕਹਿਣ ਦੇ ਵਿੱਚ ਅੱਜ ਵੀ ਕਿਤੇ ਨਾ ਕਿਤੇ ਸ਼ਰਮ ਮਹਿਸੂਸ ਕੀਤੀ ਜਾਂਦੀ ਹੈ। ਬਿਲਕੁਲ ਠੀਕ ਕਿਹਾ ਰਾਜਵਿੰਦਰ ਤੁਸੀਂ। ਬੜੇ ਅਫਸੋਸ ਦੀ ਗੱਲ ਹੈ ਕਿ ਜਿਹੜੀ ਬੰਦੀ ਇੱਕ ਫੈਕਟਰੀ ਵਾਕਨ ਇੱਕ ਘਰ ਚਲਾਉਂਦੀ ਹੈ। ਇੱਕ ਘਰ ਨੂੰ ਮੈਨੇਜ ਕਰਨਾ ਇਟਸ ਲਾਈਕ ਤੁਸੀਂ ਬਹੁਤ ਵੱਡਾ ਕੋਈ ਇੰਡਸਟਰੀ ਚਲਾ ਰਹੇ ਹੋ, ਕਿਉਂਕਿ ਉਹਦੇ ਵਿੱਚ ਬੜੀਆਂ ਸੂਖਸ਼ਮ ਛੋਟੀਆਂ ਗੱਲਾਂ ਹੁੰਦੀਆਂ ਜਿਹੜੀਆਂ ਕਿ ਆਦਮੀਆਂ ਨੂੰ ਸਮਝ ਵੀ ਨਹੀਂ ਹੁੰਦੀਆਂ, ਪਤਾ ਵੀ ਨਹੀਂ ਹੁੰਦੀਆਂ ਕਿ ਅੱਜ ਹਲਦੀ ਖਤਮ ਹੋ ਗਈ ਹੈ ਤਾਂ ਉਹ ਬਹੁਤ ਵੱਡਾ ਮਸਲਾ ਹੁੰਦਾ ਨਹੀਂ ਹੈ। ਪਰ ਜਦੋਂ ਖਾਣਾ ਤੁਹਾਨੂੰ ਫਿੱਕਾ ਮਿਲੇਗਾ ਚਿੱਟੇ ਰੰਗ ਦਾ ਤਾਂ ਤੁਹਾਨੂੰ ਪਤਾ ਚੱਲੇਗਾ ਕਿ ਔਰਤ
ਕਿੰਨੀ ਛੋਟੀਆਂ ਗੱਲਾਂ ਦਾ ਹਿਸਾਬ ਰੱਖਦੀ ਹੈ। ਉਹ ਡਰਾਈਵਰ ਵੀ ਹੈ, ਉਹ ਕੁੱਕ ਵੀ ਹੈ, ਉਹ ਬੱਚਿਆਂ ਨੂੰ ਦੀ ਸਾਈਕੋਲੋਜਿਸਟ ਵੀ ਹੈ, ਉਹਦੀ ਸਾਈਕੈਟਰਿਸਟ ਵੀ ਹੈ, ਉਹ ਉਹਨਾਂ ਨੂੰ ਟਿਊਸ਼ਨ ਵਾਕਨ ਪੜ੍ਹਾ ਵੀ ਰਹੀ ਹੈ, ਸ਼ੀ ਇਜ਼ ਅ ਟੀਚਰ, ਉਠਾਉਂਦੀ ਵੀ ਹੈ ਸਵੇਰੇ ਉਹਨਾਂ ਨੂੰ। ਸੋ ਦੇਰ ਆਰ ਸੋ ਮੈਨੀ ਰੋਲਸ ਜਿਹੜੀ ਕਿ ਔਰਤ ਕਰਦੀ ਹੈ। ਔਰ ਅਫਸੋਸ ਹੈ ਕਿ ਬੜਾ ਖਿਸਿਆਨਾ ਜਿਹਾ ਹੋ ਕੇ ਔਰਤਾਂ ਖੁਦ ਮੈਂ ਸੁਣਿਆ ਕਹਿੰਦੀਆਂ, ਓ ਯੂ ਨੋ ਆਈ ਐਮ ਜਸਟ ਅ ਹੋਮ ਮੇਕਰ। ਉਹਨੂੰ ਸ਼ਰਮ ਆਉਂਦੀ ਹੈ ਕਹਿਣ 'ਚ ਕਿ ਮੈਂ ਹਾਊਸ ਵਾਈਫ ਹਾਂ, ਹਾਲਾਂਕਿ ਇਟਸ ਦ ਟਫੈਸਟ ਜੌਬ ਇਨ ਦ ਵਰਲਡ, ਮੋਸਟ ਅੰਡਰ ਪੇਡ। ਉਹਦੇ ਵਾਸਤੇ ਤੁਹਾਨੂੰ ਮਤਲਬ ਆਪਣਾ ਹੱਕ ਵਾਸਤੇ ਵੀ ਤੁਹਾਨੂੰ ਕਹਿਣਾ ਪੈਂਦਾ ਜੀ ਮੇਰਾ ਸੂਟ ਮੈਨੂੰ ਇੱਕ ਨਵਾਂ ਚਾਹੀਦਾ ਹੈ, ਮੇਰੀ ਜੁੱਤੀ ਪੁਰਾਣੀ ਹੋ ਗਈ ਹੈ। ਯੂ ਆਰ ਮੇਡ ਕਿ ਤੁਹਾਨੂੰ ਕੋਈ ਚੀਜ਼ ਮੰਗਣੀ ਪੈ ਜਾਂਦੀ ਹੈ, ਅਜੇ ਵੀ ਉਹੀ ਹਾਲ ਹੈ ਨਾ। ਤਾਂ ਇਸ ਕਰਕੇ ਹੋਮ ਮੇਕਰ ਦਾ ਦਰਜਾ ਜੋ ਹੈ ਉਹਨੂੰ ਮਿਲਣਾ ਚਾਹੀਦਾ ਹੈ, ਉਹਨੂੰ ਉਹ ਰਿਸਪੈਕਟ ਮਿਲਣੀ ਚਾਹੀਦੀ। ਔਰ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਚਾਹੀਦਾ ਕਿ ਅਸੀਂ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝੀਏ। ਅਗਰ ਅਸੀਂ ਹੋਮ ਮੇਕਰ ਹਾਂ, ਉਸ ਕਾਬਿਲ ਸਮਝੀਏ ਕਿ ਸਾਨੂੰ ਵੀ ਉਹ ਇੱਜ਼ਤ ਦਿੱਤੀ ਜਾਏ। ਪਲੀਜ਼ ਮੀਟ ਮਾਈ ਵਾਈਫ, ਸ਼ੀ ਇਜ਼ ਮਾਈ ਹੋਮ ਮੇਕਰ, ਸ਼ੀ ਇਜ਼ ਦ ਕੁਈਨ ਆਫ ਮਾਈ ਹਾਊਸ। ਕੋਈ ਇੱਦਾਂ ਕਵੇ ਸ਼ੀ ਇਜ਼ ਦ ਲੇਡੀ ਹੂ ਮੇਕਸ ਮੀ ਟਿਕ, ਇੱਦਾਂ ਦੀ ਕੋਈ ਗੱਲ ਹੋਵੇ। ਬੜਾ ਸੋਹਣਾ ਸਵਾਲ ਸੀ। ਔਰ ਜੇਕਰ ਆਪਾਂ ਔਰਤ ਦੀ ਆਜ਼ਾਦੀ ਦੀ ਗੱਲ ਕਰੀਏ, ਕਹਿਣ ਨੂੰ ਤਾਂ ਕਿਹਾ ਜਾਂਦਾ ਕਿ ਔਰਤ ਆਜ਼ਾਦ ਹੈ, ਆਪਣੀ ਮਰਜ਼ੀ ਦੇ ਨਾਲ ਕੰਮ ਕਰ ਸਕਦੀ ਹੈ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਸਾਡੀ ਸੁਸਾਇਟੀ ਹੈ ਉਹਦੇ 'ਚ ਅੱਜ ਵੀ ਔਰਤ ਜਿਸ ਤਰ੍ਹਾਂ ਦੀ ਆਜ਼ਾਦੀ ਉਹਨੂੰ ਚਾਹੀਦੀ ਹੈ ਆਪਣੇ ਫੈਸਲੇ ਲੈਣ ਦੀ, ਆਪਣੇ ਹੱਕਾਂ ਲਈ ਲੜਨ ਦੀ, ਉਹ ਆਜ਼ਾਦੀ ਅੱਜ ਹੈ ਔਰਤ ਨੂੰ? ਕਹਿਣ ਨੂੰ ਤਾਂ ਹੈ ਜੀ, ਪਰ ਜਦੋਂ ਮੈਂ ਵੈਸਟ ਵਿੱਚ ਜਾਂਦੀ ਹਾਂ, ਅਮਰੀਕਾ ਜਾਂ ਇੰਗਲੈਂਡ ਜਾਂਦੀ ਹਾਂ, ਤਾਂ ਮੈਂ ਦੇਖਦੀ ਹਾਂ ਕਿ ਅਸਲ ਆਜ਼ਾਦੀ ਤਾਂ ਉਹਨਾਂ ਔਰਤਾਂ ਨੂੰ ਹੈ, ਵੈਸਟਰਨ ਔਰਤਾਂ ਨੂੰ, ਕਿਉਂਕਿ ਉਹ ਬਿਲਕੁਲ ਕੰਧੇ ਨਾਲ ਕੰਧਾ ਮਿਲਾ ਕੇ ਚੱਲ ਰਹੀਆਂ ਹੁੰਦੀਆਂ ਹੈ ਨਾ। ਉਹ ਹਰ ਕਿਸਮ ਦੇ ਕੰਮ ਕਰਦੀਆਂ। ਇਹ ਨਹੀਂ ਕਿ ਇੰਡੀਆ ਵਿੱਚ ਅਸੀਂ ਨਹੀਂ ਕਰਦੇ, ਸਾਰਾ ਕੁਝ ਕਰਦੇ ਹਾਂ, ਪਰ ਸਾਨੂੰ ਮਤਲਬ ਜਦੋਂ ਜਿਹੜਾ ਆਦਮੀ ਕੰਮ ਕਰਕੇ ਆਉਂਦਾ ਔਰ ਟੌਪ ਤੇ CEO ਬਣਦਾ ਹੈ ਤੇ ਉਹਨੂੰ ਘਰ ਆ ਕੇ ਰੋਟੀ ਮਿਲਦੀ ਹੈ ਨਾ ਪਈ ਹੋਈ ਟੇਬਲ ਤੇ, ਉਹਨੂੰ ਅਖਬਾਰ ਵੀ ਮਿਲਦੀ ਹੈ ਸਾਹਮਣੇ, ਉਹ TV ਲਾ ਕੇ ਵੀ ਬਹਿ ਜਾਂਦਾ ਹੈ, ਪੈਰ ਵੀ ਉੱਤੇ ਕਰ ਲੈਂਦਾ ਹੈ। ਲੇਕਿਨ ਉਹੀ ਔਰਤ ਜਿਹੜੀ ਟੌਪ ਦੀ ਪੋਜੀਸ਼ਨ ਤੇ ਆਪਣੇ ਆਫਿਸ ਵਿੱਚ ਹੈਗੀ ਹੈ, ਉਹਨੂੰ ਫਿਰ ਵੀ ਕਿਸੇ ਤੋਂ ਘੱਟ ਸਮਝਿਆ ਜਾਂਦਾ ਅਗਰ ਉਹ ਘਰ ਆ ਕੇ ਬੱਚਿਆਂ ਨੂੰ ਨਹੀਂ ਵੇਖ ਰਹੀ, ਅਗਰ ਉਹ ਬੱਚਿਆਂ ਦੀ ਰੋਟੀ ਪਾ ਕੇ ਨਹੀਂ ਦੇ ਰਹੀ, ਅਗਰ ਉਹ ਆਪਣੇ ਘਰ ਵਾਲੇ ਨੂੰ ਸਮਾਈਲ ਕਰਕੇ ਨਹੀਂ ਮਿਲ ਰਹੀ। ਇਹ ਸਭ ਚੀਜ਼ਾਂ ਪਾਰਟ ਆਫ ਅ ਵੂਮਨ ਫਿਰ ਵੀ ਮੰਨੀਆਂ ਜਾਂਦੀਆਂ, ਹਾਲਾਂਕਿ ਉਹ ਹਾਈਐਸਟ ਪਲੇਸ ਤੇ। ਕਿਉਂ? ਇਹ ਇਨਇਕੁਆਲਿਟੀ ਹੋਈ ਨਾ। ਬੰਦਾ ਕਿਉਂ ਨਹੀਂ ਘਰ ਆ ਕੇ ਕਹਿੰਦਾ ਵੀ ਮੈਂ ਕਿਹਾ ਜੀ ਸੋਹਣਿਓ ਬੈਠੋ, ਅੱਜ ਮੈਂ ਤੁਹਾਨੂੰ ਰੋਟੀ ਖਵਾਨਾ ਵਾ, ਅੱਜ ਬੜੇ ਥੱਕ ਕੇ ਆਏ ਹੋ ਹੈ, ਮੈਂ ਕਿਹਾ ਜੀ ਕੀ ਹਾਲ ਹੈ, ਅੱਜ ਬੱਚਿਆਂ ਨੂੰ ਮੈਂ ਨਹੀਂ। ਉਹ ਹਜੇ ਵੀ ਆਈ ਡੋਂਟ ਨੋ ਅਬਾਊਟ ਦ ਰੈਸਟ ਆਫ ਦ ਵਰਲਡ, ਬਟ ਨਾਰਥ ਇੰਡੀਆ ਵਿੱਚ ਪੈਟਰੀਆਰਕੀ ਇਸ ਤਰ੍ਹਾਂ ਹੈਗੀ ਹੈ ਕਿ ਬੰਦਾ ਅਜੇ ਵੀ ਘਰ ਆ ਕੇ ਕਹੇਗਾ ਪਾਣੀ ਲਿਆਨੀ ਹੈ ਕਿ ਨਹੀਂ, you know, the stance is still there. ਉਹ apologetic ਹੋ ਜਾਂਦੀ ਔਰਤ ਕਿ ਮੈਂ ਕੁਛ ਬਣ ਗਈ ਹਾਂ। ਜਿਸ ਤਰ੍ਹਾਂ ਕਿ ਮੈਂ ਹਜੇ ਘੱਟ ਹਾਂ ਕਿਉਂਕਿ ਮੈਂ ਘਰ ਵਾਸਤੇ ਕੁਛ ਨਹੀਂ ਕੀਤਾ, ਅੱਜ ਮੈਂ ਘਰ ਦਾ ਕੋਈ ਕੰਮ ਨਹੀਂ ਕੀਤਾ, ਘਰ ਸਵਾਰਿਆ ਨਹੀਂ, ਮਤਲਬ why should she be treated differently if she is reached somewhere? ਮੈਨੂੰ ਇਹ ਕਹਿਣਾ। ਬਿਲਕੁਲ ਤੁਹਾਡੀ ਗੱਲ ਸਹੀ ਹੈ, ਕਿਉਂਕਿ ਜੇ ਹਸਬੈਂਡ ਵਾਈਫ ਦੀ ਗੱਲ ਕਰ ਲਈਏ, ਦੋਨੋਂ ਜੌਬ 'ਚ ਨੇ, ਤਾਂ ਫਿਰ ਵੀ ਆ ਕੇ ਮਤਲਬ ਹਸਬੈਂਡ ਕਿਤੇ ਨਾ ਕਿਤੇ ਫੀਲ ਕਰਦੇ ਆ ਕਿ ਅਸੀਂ ਕੰਮ ਕਰਕੇ ਆਏ ਤੇ ਜਿਹੜਾ ਘਰ ਵਾਲਾ ਕੰਮ ਹੈ ਉਹਦੇ 'ਚ ਅਸੀਂ ਹੱਥ ਨਹੀਂ ਵਟਾਉਣਾ। ਜੀ ਬਿਲਕੁਲ। ਜੇਕਰ ਮੈਮ ਸਾਡੇ ਸਮਾਜ ਨੂੰ ਦੇਖੀਏ, ਔਰਤਾਂ 'ਚ ਕੰਮ ਲਈ ਘਰ ਤੋਂ ਬਾਹਰ ਵੀ ਨਿਕਲ ਰਹੀਆਂ, ਸੁਸਾਇਟੀ 'ਚ ਮੂਵ ਕਰ ਰਹੀਆਂ, ਜਿਸ ਤਰ੍ਹਾਂ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਕਿ ਹਰ ਫੀਲਡ 'ਚ ਕੰਮ ਕਰ ਰਹੀਆਂ, ਪਰ ਜਿਹੜੇ ਔਰਤ 'ਤੇ ਜ਼ੁਲਮ ਅੱਜ ਵੀ ਹੋ ਰਹੇ ਆ, ਰੇਪ ਕੇਸਿਸ ਵੱਧ ਰਹੇ ਆ। ਜੇਕਰ ਆਪਾਂ ਡੌਰੀ ਦੀ ਗੱਲ ਕਰੀਏ ਤਾਂ ਦਹੇਜ ਦੇ ਨਾਂ 'ਤੇ ਬਹੁਤ ਸਾਰੀਆਂ ਔਰਤਾਂ ਨੂੰ ਮਾਰਿਆ ਜਾ ਰਿਹਾ। ਤਾਂ ਤੁਸੀਂ ਇਹਦੇ ਪਿੱਛੇ ਦੀ ਮਾਨਸਿਕਤਾ ਕੀ ਲੱਗਦੀ ਹੈ ਤੁਹਾਨੂੰ ਕਿ ਸਮਾਜ ਦੇ ਵਿੱਚ ਕਿਉਂ ਅੱਜ ਵੀ ਮਤਲਬ ਅਜਿਹੀਆਂ ਘਟਨਾਵਾਂ ਹੋ ਰਹੀਆਂ? ਬੇਸਿਕਲੀ ਤੇ ਗੁਰਬਤ ਹੈ ਨਾ, ਗਰੀਬੀ ਹੈ ਨਾ, ਜਿਹੜੇ ਸ਼ੁਰੂ ਤੋਂ ਉੱਥੋਂ ਹੁੰਦਾ ਹੈ ਕਿ ਹਜੇ ਵੀ ਕੁੜੀਆਂ ਵੇਚੀਆਂ ਜਾ ਰਹੀਆਂ, ਸੋ ਟੂ ਸੇ ਹੈ ਨਾ, ਕਿ ਅਗਰ ਤੁਸੀਂ ਗਰੀਬ ਹੋ ਤੇ ਤੁਸੀਂ ਖਰੀਦ ਰਹੇ ਹੋ ਕੁੜੀ, ਅਗਰ ਤੁਸੀਂ ਅਮੀਰ ਰਿਸ਼ਤਾ ਚਾਹੁੰਦੇ ਹੋ ਤੇ ਤੁਸੀਂ ਬਹੁਤ ਸਾਰਾ ਦਹੇਜ ਦੇ ਰਹੇ ਹੋ। ਮਤਲਬ ਅਜੇ ਵੀ ਉਹ ਮਾਨਸਿਕਤਾ ਹੈ ਕਿ ਔਰਤ ਇੱਕ ਚੀਜ਼ ਹੈ, ਇੱਕ ਸ਼ੈ ਹੈ, ਅਜੇ ਵੀ ਉਹਨੂੰ ਇਨਸਾਨ ਨਹੀਂ ਸਮਝਿਆ ਜਾ ਰਿਹਾ, ਭਾਵੇਂ ਉਹਨੂੰ ਉਸ ਚੀਜ਼ ਨੂੰ ਢੱਕਿਆ ਛੁਪਿਆ ਕਰਕੇ ਦਿਖਾਇਆ ਜਾਂਦਾ ਹੈ। ਬਟ ਇਹ ਜਿਹੜਾ ਅਸੀਂ ਹਜ਼ਾਰਾਂ ਦੀ ਤਾਦਾਦ ਵਿੱਚ ਖਾਣੇ ਬਣਾਉਂਦੇ ਹਾਂ ਵਿਆਹਾਂ 'ਤੇ, ਉਹ ਕੀ ਹੈ? ਸ਼ੋ ਆਫ ਤੇ ਹੈਗਾ ਹੀ ਹੈ ਨਾ, ਕਿਉਂਕਿ ਤੁਸੀਂ ਕੁੜੀ ਨੂੰ ਇੰਝ ਦੇ ਰਹੇ ਹੋ ਕਿ ਉਹਦੀ ਉੱਥੇ ਇੱਜ਼ਤ ਹੋਵੇਗੀ, ਤੁਹਾਡੇ ਰਿਸ਼ਤੇਦਾਰਾਂ 'ਚ ਇੱਜ਼ਤ ਹੋਵੇਗੀ। ਨਹੀਂ, ਅਸੀਂ ਭੁੱਲ ਗਏ ਹਾਂ ਕਿ ਜਦੋਂ ਕੋਈ ਗਰੀਬ ਬੰਦਾ ਆਪਣੀ ਕੁੜੀ ਵੇਚ ਦਿੰਦਾ ਹੈ ਕਿਉਂਕਿ ਉਹਦੇ ਪੇਟ 'ਚ ਪਾਲਣ ਵਾਲੇ 5-6 ਹੋਰ ਬੱਚੇ ਹੈ ਘਰ ਵਿੱਚ। ਮੈਂ ਬਹੁਤ ਪੋਇਟਰੀ ਇਹਦੇ ਉੱਤੇ ਲਿਖੀ ਹੈ ਕਿ ਕਿਸ ਤਰ੍ਹਾਂ ਇੱਕ ਯੰਗ ਗਰਲ ਨੂੰ ਰੇਪ ਕਰਕੇ ਤੁਸੀਂ ਮਤਲਬ ਐਜ਼ ਅ ਕਮੋਡਿਟੀ ਸੁੱਟ ਦਿੰਦੇ ਹੋ, ਕਿਉਂਕਿ
ਪੋਵਰਟੀ ਹੈ ਜੀ। ਪੋਵਰਟੀ ਦੇ ਨਾਲ ਟ੍ਰੈਡੀਸ਼ਨ ਦਾ ਅਸੀਂ ਉਹਨੂੰ ਇੱਕ ਕੱਪੜਾ ਪਵਾ ਦਿੰਦੇ ਹਾਂ, ਉਹਦੇ ਅੰਦਰ ਅਸੀਂ ਟ੍ਰੈਡੀਸ਼ਨ ਵਿੱਚ ਢੱਕ ਦਿੰਦੇ ਹਾਂ ਕਿ ਚਾਈਲਡ ਮੈਰਿਜ ਵੀ ਸਾਡੀ ਸੁਸਾਇਟੀ ਵਿੱਚ ਹੁੰਦੀ ਹੈ ਨਾ, ਸਤੀ ਸਾਡੀ ਸੁਸਾਇਟੀ 'ਚ ਹੁੰਦੀ ਹੈ। ਇਹ ਚੀਜ਼ਾਂ ਕਹੀਆਂ ਨਹੀਂ ਜਾਂਦੀਆਂ, ਇਹ ਬੜੀਆਂ ਹਸ਼ ਹੁੰਦੀਆਂ, ਪਰ ਇਹ ਹੋ ਰਹੀਆਂ। ਮਤਲਬ ਅਜੇ ਵੀ ਘੱਟ ਉਮਰ ਦੀਆਂ ਕੁੜੀਆਂ ਵਿਆਹੀਆਂ ਜਾ ਰਹੀਆਂ ਹੈ। ਅਜੇ ਵੀ ਮੈਨੂੰ ਯਾਦ ਹੈ ਅਸੀਂ ਹੈਦਰਾਬਾਦ ਪੋਸਟਡ ਸੀ ਅਤੇ ਕਿੰਨੀ ਵਾਰੀ ਕੇਸ ਆਉਂਦੇ ਸਨ ਕਿ ਕੋਈ ਸ਼ੇਖ ਆਇਆ ਹੈ ਜੀ ਤੇ ਕੋਈ ਅਰਬ ਕੰਟਰੀ ਤੋਂ ਆਇਆ ਹੈ, ਬੜਾ ਬਜ਼ੁਰਗ ਹੈ, 13-14 ਸਾਲ ਦੀ ਬੱਚੀ ਵਿਆਹ ਕੇ ਲੈ ਜਾ ਰਿਹਾ, ਕਿਉਂਕਿ ਉਸ ਘਰ ਵਿੱਚ ਕਿੰਨੇ ਸਾਰੇ ਲੋਕ ਹੈ ਕਮਾਉਣ ਵਾਲੇ ਤੇ ਬਹੁਤ ਘੱਟ, ਮਤਲਬ ਕਮਾਉਣ ਵਾਲੇ ਬਹੁਤ, ਖਾਣ ਵਾਲੇ। ਮਤਲਬ ਅਸੀਂ ਇਹਨਾਂ ਸਾਰੀਆਂ ਕੁਰੀਤੀਆਂ ਨੂੰ ਸੋਚ ਰਹੇ ਹਾਂ ਕਿ ਖਤਮ ਹੋ ਗਈਆਂ, ਮੈਨੂੰ ਨਹੀਂ ਲੱਗਦਾ ਹੋਣਗੀਆਂ, ਉਹਨਾਂ ਦੀ ਸ਼ਕਲਾਂ ਬਦਲ ਗਈਆਂ ਔਰ ਮੈਨੂੰ ਲੱਗਦਾ ਰੇਪਿਸਟਸ ਵਾਸਤੇ ਬਹੁਤ ਕੜੀ ਸਜ਼ਾ ਹੋਣੀ ਚਾਹੀਦੀ ਹੈ। ਹਿਊਮਨ ਟ੍ਰੈਫਿਕਿੰਗ ਹਿਊਮੈਨਿਟੀ ਦੇ ਬਹੁਤ ਅਗੇਂਸਟ ਚੀਜ਼ ਹੈ। ਅਗਰ ਅਸੀਂ ਉਹਨੂੰ ਦਬਾ ਨਹੀਂ ਸਕਦੇ ਤੇ ਅਸੀਂ ਕੁੜੀ ਨੂੰ ਕੀ ਇੱਜ਼ਤ ਦੇਵਾਂਗੇ? ਐਸੀ ਕਰਕੇ ਕੁੜੀਆਂ ਨੂੰ ਅਜੇ ਵੀ ਛੁਪਾ ਕੇ ਅੰਦਰ ਮਾਰਿਆ ਜਾ ਰਿਹਾ ਪੇਟ ਵਿੱਚ ਹੀ, ਹੈ ਨਾ, ਮਤਲਬ ਵੂਮ ਵਿੱਚ ਹੀ ਤੁਸੀਂ ਉਹਦਾ ਬਚਪਨ ਖਤਮ ਕਰ ਰਹੇ ਹੋ, ਤੁਸੀਂ ਉਹਨੂੰ ਪੈਦਾ ਹੀ ਨਹੀਂ ਹੋਣ ਦੇ ਰਹੇ, ਤੇ ਉਹ ਬੱਚੀ ਦਾ ਜੀਣ ਦਾ ਅਧਿਕਾਰ ਤੇ ਤੁਸੀਂ ਪਹਿਲੇ ਛਿਨ ਲਿਆ ਹੈ। ਸੋ ਇਹ ਸਭ ਚੀਜ਼ਾਂ ਅਫਸੋਸ ਹੈ ਕਿ ਨਾਰਥ ਇੰਡੀਆ ਵਿੱਚ ਬਹੁਤ ਰੈਂਪੈਂਟ ਹੈ, ਕਿਉਂਕਿ ਹਜੇ ਵੀ ਮੁੰਡਿਆਂ ਵਾਸਤੇ ਸਾਨੂੰ ਬੜਾ ਲਾਲਸਾ ਹੈ। ਮੈਂ ਰਾਜਵਿੰਦਰ ਸਪੋਕਨ ਇੰਗਲਿਸ਼ ਪੜ੍ਹਾਉਂਦੀ ਹੁੰਦੀ ਸਾਂ ਕਿਸੇ ਜਗ੍ਹਾ, ਕਿਸੇ ਸਟੇਸ਼ਨ ਵਿੱਚ ਅਸੀਂ ਪੋਸਟਡ ਸਾਂ, ਸ਼ਾਇਦ ਫਿਰੋਜ਼ਪੁਰ ਸੀ ਜੀ। ਤੁਹਾਨੂੰ ਪਤਾ ਹੀ ਹੈ ਪੰਜਾਬ ਵਿੱਚ ਕੈਨੇਡਾ ਜਾਣ ਦਾ ਜੋ ਚਸਕਾ ਤੇ ਹੁਣ ਆਸਟ੍ਰੇਲੀਆ ਜਾਣ ਦਾ ਉਹ ਸੀਗਾ, ਪਰ ਜਿਹੜੀਆਂ ਵੀ ਕੁੜੀਆਂ ਸਨ ਨਾ ਉਹ ਚੰਗਾ ਪੜ੍ਹਦੀਆਂ ਸਨ, ਉਹ ਜਾਂਦੀਆਂ ਸਨ ਆਈਲੈਟਸ ਪਾਸ ਕਰਕੇ, ਉਹ ਆਈਲੈਟਸ ਦਾ ਐਗਜ਼ਾਮ ਸੋਹਣੇ ਤਰ੍ਹਾਂ ਦਿੰਦੀਆਂ ਸਨ। ਮੈਂ ਉਹਨਾਂ ਨੂੰ ਸਪੋਕਨ ਇੰਗਲਿਸ਼ ਵੀ ਪੜ੍ਹਾਉਂਦੀ ਸਾਂ, ਆਈਲਸ ਵੀ, ਅਤੇ ਉਹਨਾਂ ਦੇ ਪਿੱਛੇ ਫਿਰ ਉਹ ਇੱਕ ਮੁੰਡਾ ਜਾਂਦਾ ਸੀ ਜਿਹੜਾ ਕਿ ਕੋਈ ਝੂਠੇ ਵਿਆਹ ਕਰਕੇ ਪਹੁੰਚ ਜਾਂਦਾ ਸੀ, ਕੋਈ ਕਿੱਦਾਂ ਪਹੁੰਚ, ਆਲ ਦਿਸ ਵਾਜ਼ ਹੈਪਨਿੰਗ। ਸਾਨੂੰ ਛੁਪਾਉਣ ਦੀ ਲੋੜ ਨਹੀਂ ਹੈ, ਸਾਡੀ ਸਟੇਟ ਵਿੱਚ ਹੋ ਰਿਹਾ ਸੀਗਾ। ਔਰ ਮੁੰਡੇ ਤਾਂ ਇੰਨਾ ਕੀ ਪੜ੍ਹਦੇ ਸਨ ਕਿ ਮੈਡਮ ਜੀ ਇੰਨਾ ਸਾਨੂੰ ਅੰਗਰੇਜ਼ੀ ਸਿਖਾ ਦਿਓ ਕਿ ਅਸੀਂ ਚੰਡੀਗੜ੍ਹ ਪੱਬ 'ਚ ਜਾ ਕੇ ਕੁੜੀ ਨੂੰ ਨਾ ਪੱਬ ਲੈ ਜਾਈਏ ਅੰਗਰੇਜ਼ੀ ਬੋਲ ਕੇ। ਸੋ ਦੈਟ ਇਜ਼ ਦ ਸਟੇਟ ਆਫ ਦ ਬॉयਜ਼ ਆਫ ਆਰ ਸਟੇਟ। ਮਤਲਬ ਜੋ ਕਾਕਾ, ਜੋ ਕੋਟ ਅਨਕੋਟ ਕਾਕਾ ਕਲਚਰ ਹੈ, ਗੇੜੀ ਕਲਚਰ, ਉਹਨੇ ਬਰਬਾਦ ਕੀਤਾ ਸਾਨੂੰ। ਬਾਕੀ ਨਸ਼ਿਆਂ ਦੀ ਗੱਲ ਤੇ ਅਸੀਂ ਨਾ ਹੀ ਕਰੀਏ, ਉਹ ਕੁੜੀਆਂ ਵੱਲ ਵੀ ਜਾ ਰਹੀ ਉਹ ਗੱਲ, ਹੈ ਨਾ। ਬਟ ਡੈਫੀਨੇਟਲੀ ਗਰਲਸ ਨੀਡ ਟੂ ਬੀ ਬੈਟਰ ਇਨ ਸੋਸਾਇਟੀ ਬਿਕੋਜ਼ ਦੇ ਆਰ ਬੈਟਰ if not the same, क्योंकि साढ़े अंदर जो सहनशीलता है, जो ताकत है, the female of the species is more deadly than the male। और कैफी आजमी साहब ने तो क्या खूब कहा है कि उठ मेरी जान, मेरे साथ ही चलना है तुझे, है ना जी। और मतलब उन्होंने दस्या कि जन्नत वो नहीं है जिहड़ी सिर्फ मर्द दे पहलू विच हुंदी है, जन्नत एक अलग भी चीज़ है जिहड़ी तू आप जाके लभनी है ना। फिर दूजे पासे साहिर लुधियानवी साहब जिन्हां दा जन्मदिन भी हुंदा, उन्होंने कहा सी कि औरत ने जन्म दिया मर्दों को और मर्दों ने उसे बाजार दिया जी, है ना। तो मतलब ये हम घूम घुमा के ਇੱਥੇ ਆ ਜਾਂਦੇ ਹਾਂ ਕਿ ਮਰਦਾਂ ਨੂੰ ਤੁਸੀਂ ਐਜ਼ ਬॉय ਚਾਈਲਡ ਸਿਖਾਉਣਾ ਤੁਹਾਡਾ ਜ਼ਰੂਰੀ ਹੈ। ਜਿਹਨੂੰ ਕਹਿੰਦੇ ਨਾ ਮਾਂ ਦਾ ਲਾਡਲਾ ਹੈ, ਮਾਂ ਨੇ ਇਹਨੂੰ ਪੱਟਿਆ ਹੋਇਆ, ਉਹ ਸੱਚ ਗੱਲ ਹੈ। ਜੇ ਤੁਸੀਂ ਬਚਪਨ ਵਿੱਚ ਮੁੰਡੇ ਨੂੰ ਸਿਖਾਓਗੇ ਕਿ ਤੂੰ ਉੱਠ ਅੱਖ ਚੁੱਕ ਕੇ ਕੁੜੀ ਵੱਲ ਏਦਾਂ ਨਹੀਂ ਵੇਖਣਾ, ਜਿਹੜੀ ਕੁੜੀ ਤੈਨੂੰ ਮਿਲਦੀ ਹੈ ਸੜਕ 'ਚੋਂ ਮਾਂ ਜਾਂ ਭੈਣ ਹੈ ਤੇਰੀ, ਤਾਂ ਫਿਰ ਨਹੀਂ ਹੋਏਗਾ। ਪਰ ਅਸੀਂ ਉਹਨਾਂ ਨੂੰ ਬਚਪਨ ਵਿੱਚ ਹੀ ਸਿਖਾਉਣਾ ਛੱਡਤਾ ਹੈ। ਅਸੀਂ ਉਹਨਾਂ ਨੂੰ ਖੁੱਲ੍ਹੀ ਛੁੱਟ ਦਿੰਦੇ ਹਾਂ। ਅਸੀਂ ਕਿਉਂ ਨਹੀਂ ਕਹਿੰਦੇ ਹਾਂ ਉਹਨੂੰ ਕਿ ਤੂੰ ਬੇਟੇ ਟਾਈਮ 'ਤੇ ਘਰ ਆਈ, ਅਸੀਂ ਕੁੜੀ ਨੂੰ ਕਿਉਂ ਕਹਿੰਦੇ ਹਾਂ ਬੇਟੀ ਟਾਈਮ 'ਤੇ ਘਰ ਆਈ, ਹੈ ਨਾ। ਕੁੜੀ ਨੂੰ ਕਿਉਂ ਕਹਿੰਦੇ ਆ ਕਿ ਤੂੰ ਅੱਜ ਇਹ ਨਹੀਂ ਪਾਣਾ ਤੇ ਸ਼ਾਰਟ ਟੌਪ ਨਹੀਂ ਪਾਣਾ, ਯੂ ਨੋ ਕਹਿੰਦੇ ਹੈ। ਮਤਲਬ ਵੈਨ ਯੂ ਗੋ ਅਬਰੋਡ ਤੁਸੀਂ ਵੇਖਦੇ ਹੋ ਵਿਮਨ ਆ ਵਾਕਿੰਗ ਅਰਾਊਂਡ ਕੁਛ ਵੀ ਪਾ ਕੇ ਜਾਂਦੀਆਂ ਪਈਆਂ, ਕੋਈ ਉਹਨਾਂ ਨੂੰ ਸੀਟੀ ਨਹੀਂ ਮਾਰਿਆ, ਕੋਈ ਉਹਨਾਂ ਨੂੰ ਮੁੜ ਕੇ ਨਹੀਂ ਵੇਖ ਰਿਹਾ, ਕਿਉਂਕਿ ਉਹ ਕਲਚਰ ਹੀ ਤੁਸੀਂ ਇੰਬਾਈਬ ਕਰ ਲਿੱਤੀ ਹੈ। ਸਾਡੇ ਦੇਸ਼ ਤੋਂ ਕੋਈ ਵੀ ਜਾਂਦਾ ਉਹ ਅਜੇ ਵੀ ਪੂਰਾ 360 ਡਿਗਰੀ ਘੁੰਮ ਜਾਂਦਾ ਹੈ ਨਾ, ਜੇ ਕੋਈ ਇਹੋ ਜਿਹਾ ਪਹਿਨਾਵਾ ਵੇਖਦਾ ਹੈ। ਸੋ ਵੀ ਨੀਡ ਟੂ ਚੇਂਜ ਆਰ ਬॉयਜ਼, ਆਰ ਸਨਸ। ਹਰ ਮਾਂ ਨੂੰ, ਮੈਨੂੰ, ਤੁਹਾਨੂੰ ਚਾਹੀਦਾ ਕਿ ਆਪਣੇ ਮੁੰਡਿਆਂ ਨੂੰ ਸਿਖਾਵੇ ਤਾਂ ਕਿ ਵੂਮੈਨਸ ਡੇ ਪਾਵਰਫੁਲ ਵੂਮੈਨ ਦਾ ਡੇ ਬਣਦਾ ਰਹੇ। ਇਹ ਨਹੀਂ ਕਿ ਤੁਸੀਂ ਬੱਚੀਆਂ ਨੂੰ ਸਿਖਾਉਂਦੇ ਰਹੋ, ਬੱਚੀਆਂ ਤਾਂ ਬੜੀਆਂ ਸਿਆਣੀਆਂ ਹੁੰਦੀਆਂ। ਬਿਲਕੁਲ। ਔਰ ਤੁਹਾਡੀ ਗੱਲ ਨਾਲ ਮੈਂ ਇਹ ਗੱਲ ਵੀ ਜੋੜਨਾ ਚਾਹੂੰਗੀ ਕਿ ਸਾਡੇ ਸਮਾਜ ਦੀ ਇਹ ਤਰਾਸਦੀ ਬਣ ਚੁੱਕੀ ਹੈ ਕਿ ਕਈ ਵਾਰੀ ਕਿਤੇ ਅਪਰਾਧ ਹੁੰਦਾ, ਚਾਹੇ ਰੇਪ ਕੇਸਿਸ ਦੀ ਆਪਾਂ ਗੱਲ ਕਰ ਲਈਏ ਜਾਂ ਜਿਸ ਤਰ੍ਹਾਂ ਕਿ ਜਨਮ ਤੋਂ ਪਹਿਲਾਂ ਹੀ ਕੁੜੀਆਂ ਨੂੰ ਮਾਰਿਆ ਜਾਂਦਾ ਤੇ ਟੈਸਟ ਵਗੈਰਾ ਵੀ ਹੁੰਦੇ ਆ, ਕਿਤੇ ਨਾ ਕਿਤੇ ਅਸੀਂ ਖੁਦ ਵੀ ਉਹਨਾਂ ਚੀਜ਼ਾਂ ਲਈ ਜ਼ਿੰਮੇਵਾਰ ਹੁੰਦੇ ਹਾਂ, ਕਿਉਂਕਿ ਜਦੋਂ ਅਪਰਾਧ ਹੁੰਦਾ ਤਾਂ ਇਹ ਕਹਿ ਕੇ ਦਬਾ ਦਿੱਤਾ ਜਾਂਦਾ ਹੈ ਕਿ ਸਮਾਜ ਦੇ ਵਿੱਚ, ਸੁਸਾਇਟੀ ਦੇ ਵਿੱਚ ਸਾਡੀ ਇਨਸਲਟ ਹੋਊਗੀ। ਅੱਗੇ ਬਹੁਤ ਸਾਰੇ ਕੇਸਿਸ ਤਾਂ ਅੱਗੇ ਵੱਧਦਾ ਹੀ ਨਹੀਂ ਆ ਜੀ। ਬਿਲਕੁਲ, ਉੱਥੇ ਹੀ ਕੁੜੀਆਂ ਨੂੰ ਜਿਹੜਾ ਦਬਾਇਆ ਜਾਂਦਾ ਕਿ ਸਮਾਜ ਕੀ ਕਹੂਗਾ, ਸੁਸਾਇਟੀ ਕੀ ਕਹੂਗੀ। ਉਹ ਜਿਹੜਾ ਸ਼ਰਮ ਦਾ ਜਿਹੜਾ ਸਾਡੇ ਉੱਤੇ ਪਾ ਦਿੰਦੇ ਨਾ ਇੱਕ ਲਿਬਾਸ,
वो ਪਹਿਰਹਨ है जो वो हमें supposedly सानू बचांदा है पर असल च सानू दबा ही रहा है, वो सानू उभरन ही नहीं दे रहा। शर्म किस चीज़ की करनी? अगर तुसी खड़े हो जाओ तो तुसी कहो भी तैनू नहीं शर्म आंदी तू ਇਹ ਕੰਮ ਕੀਤਾ, ਮੈਨੂੰ क्यों तू शर्मिंदा कर रहा है? लेकिन ਅਸੀਂ ਆਪਣੀ ਬੱਚੀਆਂ ਨੂੰ ਬਚਾਉਂਦੇ ਹਾਂ ਕਿ ਕੋਰਟ ਵਿੱਚ ਜਾ ਕੇ ਇੱਕ ਮਰਦ ਹੀ ਹੁੰਦਾ ਹੈ ਐਡਵੋਕੇਟ ਜਿਹੜਾ ਤੁਹਾਡੇ ਨਾਲ ਗਲਤ ਸਵਾਲ ਪੁੱਛ ਰਿਹਾ ਹੁੰਦਾ ਹੈ, ਤੁਹਾਨੂੰ ਸ਼ਰਮਿੰਦਾ ਕਰ ਰਿਹਾ ਹੁੰਦਾ ਤਾਂ ਕਿ ਤੁਸੀਂ ਅੱਗੇ ਪੁੱਛ ਹੀ ਨਾ ਸਕੋ, ਕਹਿ ਹੀ ਨਾ ਸਕੋ ਕਿ ਇਹ ਬੰਦਾ ਸੀਗਾ। ਫਿਰ ਸਾਡੀ ਕਲਚਰ ਵਿੱਚ ਹੈ ਕਿ ਯੂ ਸਟੈਂਡ ਫॉर योर सन, ਕਿ ਇਹ ਮੇਰਾ ਬੇਟਾ ਹੈ, ਤੁਸੀਂ ਉਹਦੇ ਕੁਕਰਮਾਂ 'ਤੇ ਪਰਦੇ ਪਾਉਂਦੇ ਹੋ। ਮਤਲਬ ਹਰ ਦਿਨ ਜਿਵੇਂ ਤੁਸੀਂ ਦੇਖਦੇ ਹੋ ਕਿ ਕੰਮ ਕਰਨ ਤੁਹਾਡੇ ਕੋਈ ਆਈ ਹੈ ਬੱਚੀ ਹੈ ਨਾ, ਸਾਰਾ ਦਿਨ ਤੁਹਾਡੇ ਘਰ ਭਾਂਡੇ ਮਾਂਜਦੀ ਹੈ, ਸਫਾਈ ਕਰਦੀ ਹੈ, ਫਿਰ ਉਹ ਸਾਈਕਲ ਨੂੰ ਪੈਡਲ ਮਾਰਦੀ ਹੈ ਤੁਹਾਨੂੰ ਸਤਿ ਸ਼੍ਰੀ ਅਕਾਲ ਕਰਕੇ ਬੀਬੀ ਜੀ। ਉਹਨੂੰ ਪਤਾ ਮੈਂ ਅੱਜ ਲੇਟ ਹੋ ਗਈ ਤੇ ਘਰ ਬਾਪੂ ਨੇ ਤੇ ਪੂਰੀ ਬੋਤਲ ਪੀ ਲਈ ਦੀ ਹੋਣੀ ਹੈ ਤੇ ਮਾਂ ਦੀ ਕੀ ਪਤਾ ਚੰਬੜੀ ਵੀ ਉਧੇੜ ਦਿੱਤੀ ਹੋਵੇ, ਹੈ ਨਾ। ਇਸ ਤਰ੍ਹਾਂ ਹੀ ਮਤਲਬ ਸਾਨੂੰ ਜੇ ਕੋਈ ਬੇਘਰ ਹੈ ਵਿਚਾਰੀ ਬਜ਼ੁਰਗ, ਉਹਦੇ 3-4 ਬੱਚੀਆਂ ਹੈ ਛੋਟੀਆਂ, ਉਹਨੂੰ ਤੇ ਪੁਲ ਦੇ ਥੱਲੇ ਸੌਣ ਦਾ ਵੀ ਜਗ੍ਹਾ ਨਹੀਂ ਮਿਲਦੀ ਕਿਉਂਕਿ ਪੁਲ ਤੇ ਨਸ਼ੇੜੀਆਂ ਨੇ ਮਲਿਆ ਹੁੰਦਾ, ਉਹਦੇ ਥੱਲੇ ਕਬਜ਼ਾ ਕੀਤਾ ਹੁੰਦਾ ਹੈ। ਤੇ ਜਿਹੜੀ ਹੋਮਲੈਸ ਔਰਤ ਹੈ ਸੋਚੋ ਉਹਨੂੰ ਕੌਣ ਐਮਪਾਵਰ ਕਰੇਗਾ? ਬਿਲਕੁਲ। ਜਿਹੜੀ ਕੋਈ ਸੇਠਾਣੀ ਜਾਂਦੀ ਹੈ ਨਾ, ਉਹ ਵੀ ਕੋਈ ਪਤਲੀ ਜਿਹੀ ਝੂਠੀ ਜਿਹੀ ਰਜ਼ਾਈ ਦੇ ਕੇ ਆ ਜਾਂਦੀ ਹੈ ਜਾਂ ਕੰਬਲ, ਉਹ ਵੀ ਨਹੀਂ ਕੋਈ, ਉਹ ਸਿਰਫ ਵੰਡਣ ਵਾਸਤੇ ਦਾਨੀ ਬਣ ਕੇ ਜਾਂਦੀ ਹੈ। ਲੇਕਿਨ ਅਸੀਂ ਗ੍ਰਾਸ ਰੂਟਸ ਤੋਂ ਦੇਖੀਏ ਕਿ ਸਾਡੀ ਜਿਹੜੀਆਂ ਵਿਚਾਰੀਆਂ ਹੋਮਲੈਸ ਬੱਚੀਆਂ ਉਹਨਾਂ ਦਾ ਕੀ ਹੋ ਰਿਹਾ। ਅਸੀਂ ਤਾਂ ਫਿਰ ਵੀ ਪੜ੍ਹ ਲਿਖ ਗਏ ਹਾਂ, ਅਸੀਂ ਹੋਰ ਨਹੀਂ ਤਾਂ ਸਾਈਕੋਲੋਜੀ ਪੜ੍ਹ ਗਏ ਕਿ ਬੰਦੇ ਦਾ ਅੱਜ ਮੂਡ ਕੀ, ਅਸੀਂ ਕੀ ਜਵਾਬ ਦੇਣਾ। ਉਹ ਗਰੀਬੜੀ ਤਾਂ ਸਾਰਾ ਦਿਨ ਕੰਮ ਕਰਦੀ ਹੈ, ਉਹਨੇ ਘਰ ਜਾ ਕੇ ਕੀ ਸਾਈਕੋਲੋਜੀ ਵਰਤਣੀ ਆਪਣੇ ਬੰਦੇ ਤੇ ਜਾਂ ਆਪਣੇ ਪਿਤਾ ਜੀ ਤੇ, ਹੈ ਨਾ ਜੀ। ਮੇਰੇ ਥਾਟ ਹੈ ਬੇਟਾ। ਔਰ ਬੀਇੰਗ ਅ ਵਿਮਨ ਅਗਰ ਗੱਲ ਕਰੀਏ ਕਿ ਤੁਸੀਂ ਸੁਸਾਇਟੀ ਦੇ ਵਿੱਚ ਵਿਚਰਦੇ ਹੋ, ਸਮਾਜ ਦੇ ਵਿੱਚ ਵਿਚਰਦੇ ਹੋ ਜੀ, ਤੁਹਾਡੀ ਲਾਈਫ 'ਚ ਇੱਕ ਟ੍ਰੈਜਡੀ ਵੀ ਹੋਈ ਜੀ, ਤੇ ਉਸ ਤੋਂ ਬਾਅਦ ਫਿਰ ਤੁਸੀਂ ਕਿਵੇਂ ਆਪਦੇ ਆਪ ਨੂੰ ਉਭਾਰਿਆ ਔਰ ਟ੍ਰੈਜਡੀ ਤੁਹਾਡੇ ਨਾਲ ਕੀ ਹੋਈ ਸੀ? ਟ੍ਰੈਜਡੀ ਇਹ ਹੋਈ ਸੀ ਰਾਜਵਿੰਦਰ, ਮੇਰਾ ਜਵਾਨ ਬੱਚਾ ਸੀਗਾ 21 ਸਾਲ ਦਾ, ਉਹਨੂੰ ਸਡਨਲੀ ਕੈਂਸਰ ਡਾਇਗਨੋਸ ਹੋਇਆ 4th ਸਟੇਜ ਵਿੱਚ। ਉਸ ਤੋਂ ਠੀਕ ਹੋ ਗਿਆ ਸੀਗਾ, ਫਾਈਨਲ ਈਅਰ ਇੰਜੀਨੀਅਰਿੰਗ 'ਚ ਪੜ੍ਹਦਾ ਸੀ, ਕਾਫੀ ਹੋਣਹਾਰ ਸੀਗਾ, ਮਤਲਬ ਮਿਊਜ਼ਿਕ ਵਜਾਉਂਦਾ ਸੀ, ਸੈਲਫ ਟੌਟ ਸੀਗਾ, ਐਂਡਰੋਇਡ ਐਪਸ ਬਣਾਉਂਦਾ ਸੀ। ਲੇਕਿਨ ਉਹ ਕਿਉਂਕਿ ਉਹਦੀ ਇੰਨੀ ਲੇਟ ਡਾਇਗਨੋਸ ਹੋਈ ਉਹਦੀ ਬਿਮਾਰੀ, ਪਰ ਉਸ ਤੋਂ ਉਭਰ ਗਿਆ ਕੀਮੋਥੈਰੇਪੀ ਔਰ ਰੇਡੀਏਸ਼ਨ ਨਾਲ, ਉਹ ਠੀਕ ਠਾਕ ਹੋ ਗਿਆ। ਸਡਨਲੀ ਫਿਰ ਇੱਕ ਟ੍ਰੈਡਮਿਲ ਟੈਸਟ 'ਤੇ ਉਹ ਗੁਜ਼ਰ ਗਿਆ। ਅਤੇ ਉਹ ਜਿਹੜਾ ਸੀਗਾ ਨਾ ਇੱਕ ਤਰ੍ਹਾਂ ਨਾਲ ਸ਼ੌਕ ਜਿਹੜਾ ਸਾਡੇ ਲਾਈਫ ਵਿੱਚ ਆਇਆ, ਉਹਨੇ ਮੈਨੂੰ ਸਿਖਾਇਆ ਔਰ ਮੈਂ ਸਾਰੀ ਆਪਣੀਆਂ ਵੂਮੈਨ ਫਰੈਂਡਸ ਨਾਲ ਸ਼ੇਅਰ ਕਰਨਾ ਚਾਹਾਂਗੀ ਕਿ ਭੈਣੋ, ਸਾਡੇ ਅੰਦਰ ਜੋ ਸ਼ਕਤੀ ਹੈ ਨਾ ਉਹ ਦੁਰਗਾ ਤੋਂ ਘੱਟ ਨਹੀਂ ਹੈ। ਸਾਡੇ ਅੰਦਰ ਜੋ ਰੂਪ ਹੈ ਨਾ ਉਹ ਸਤੀ ਸਾਵਿਤਰੀ ਤੋਂ ਕਿਤੇ ਉੱਪਰ ਹੈ। ਕਦੀ ਉਹ ਚੰਡੀ ਹੈ, ਕਦੀ ਉਹ ਕਾਲੀ ਹੈ, ਉਹ ਤਾਥਈਆ ਕਰਕੇ ਸਾਡੇ ਅੰਦਰ ਭਾਂਬੜ ਬਲਦਾ ਹੈ ਕਿ ਅਸੀਂ ਇੰਨੇ ਕੇਪੇਬਲ ਹਾਂ ਕਿ ਅਸੀਂ ਕਿਸੇ ਵੀ ਚੀਜ਼ ਤੋਂ ਉੱਭਰ ਕੇ ਆ ਸਕਦੇ ਹਾਂ। ਔਰ ਮੈਂ ਤੁਹਾਨੂੰ ਇਹ ਵਾਅਦਾ ਕਰਦੀ ਹਾਂ ਕਿ ਤੁਸੀਂ ਕਦੀ ਵੀ ਟੁੱਟੋ ਨਾ। ਟੁੱਟਣ ਦਾ ਤਾਂ ਸਵਾਲ ਹੀ ਨਹੀਂ। ਕਿਉਂ? ਦਰਦ ਅਸੀਂ ਆਦਮੀਆਂ ਤੋਂ ਜ਼ਿਆਦਾ ਸਹਿ ਸਕਦੇ ਹਾਂ। ਬੱਚਾ ਕਰਨ ਦੀ ਜੋ ਦਰਦ ਹੁੰਦੀ ਹੈ ਉਹ ਆਦਮੀ ਤਾਂ ਸਹਿ ਹੀ ਨਹੀਂ ਸਕਦਾ। ਥੋੜ੍ਹੇ ਬੁਖਾਰ ਵਿੱਚ ਹੀ ਉਹ ਡਰ ਜਾਂਦਾ ਹੈ ਨਾ, ਥੋੜ੍ਹੇ ਸਿਰ ਦਰਦ ਵਿੱਚ। ਤੁਸੀਂ ਆਪਣੇ ਆਪ ਨੂੰ ਇਸ ਕਾਬਿਲ ਸਮਝੋ ਕਿ ਤੁਹਾਨੂੰ ਤਾਂ ਕੋਈ ਬੰਦਾ ਕੁਛ ਤੁਹਾਡਾ ਵਿਗਾੜ ਹੀ ਨਹੀਂ ਸਕਦਾ। ਤੁਸੀਂ ਇੰਨੇ ਸਟਰੋਂਗ ਹੋ ਸਾਈਕੋਲੋਜੀਕਲੀ, ਮੈਂਟਲੀ। ਔਰ ਇੱਕ ਹੋਰ ਗੱਲ ਹੈ ਜਿਹੜੀ ਰੁਡਿਆਰਡ ਕਿਪਲਿੰਗ ਇੱਕ ਆਥਰ ਹੋਇਆ ਅੰਗਰੇਜ਼ੀ ਦਾ, ਉਹਨੇ ਕਿਹਾ ਹੈ ਕਿ ਫੀਮੇਲ ਆਫ ਦ ਸਪੀਸ਼ੀਜ਼ ਇਜ਼ ਮੋਰ ਡੈਡਲੀ ਦੈਨ ਦ ਮੇਲ। ਕਿਉਂ? ਕਿਉਂਕਿ ਅਸੀਂ ਨਾ ਟਾਈਮ ਨਹੀਂ ਵੇਸਟ ਕਰਦੇ ਕਾਨਫਰੰਸਾਂ ਵਿੱਚ। ਅਸੀਂ ਕੋਈ ਬਹਿ ਕੇ ਇੱਦਾਂ ਡਿਸੀਜਨਸ ਬਣਾਉਣ ਵਾਸਤੇ ਵੱਡੀ ਮੀਟਿੰਗ ਨਹੀਂ ਕਰਦੇ। ਵੀ ਗੋ ਫॉर ਦ ਕਿਲ। ਅਸੀਂ ਸਿੱਧਾ, ਸਾਡੇ ਬੱਚੇ ਨੂੰ ਕੋਈ ਤੰਗ ਕਰਦਾ ਅਸੀਂ ਜਾ ਕੇ ਉਹਨੂੰ ਉਸੇ ਵੇਲੇ ਨੱਪ ਲੈਂਦੇ ਹਾਂ। ਸਾਡੇ ਅੰਦਰ ਇਨਸਟਿੰਕਟਿਵ ਇੱਕ ਰੱਬ ਨੇ ਮਤਲਬ ਮੈਕੈਨਿਜ਼ਮ ਬਣਾਇਆ ਕਿ ਅਸੀਂ ਪ੍ਰੋਟੈਕਟ ਕਰਦੇ ਹਾਂ। ਸਾਡੇ ਅੰਦਰ ਮਾਤਰਿਤਵ ਹੈ ਜਿਹੜਾ ਉਹ ਸਾਨੂੰ ਬੜਾ ਸਪੈਸ਼ਲ ਬਣਾ ਦਿੰਦਾ ਹੈ। ਇਸ ਕਰਕੇ ਮੈਂ ਕਹਾਂਗੀ ਕਿ ਅਗਰ ਮੈਂ ਇੰਨੇ ਵੱਡੇ ਦੁੱਖ ਤੋਂ ਉੱਭਰ ਸਕਦੀ ਹਾਂ ਔਰ ਉਹਦੇ ਬਾਅਦ ਇੰਨੀਆਂ ਕਿਤਾਬਾਂ ਲਿਖ ਕੇ ਵਾਹਿਗੁਰੂ ਦੀ ਮਿਹਰ ਨਾਲ ਇੰਨੇ ਅਵਾਰਡ ਮੈਨੂੰ ਬਖਸ਼ਿਆ। ਮੈਂ ਨਿਮਾਣੀ ਨੂੰ ਇੱਕ ਛੋਟੇ ਜਿਹੇ ਕਮਰੇ 'ਚ ਬਹਿ ਕੇ ਜਦੋਂ ਮੈਂ ਲਿਖਦੀ ਰਹੀ ਹਾਂ, ਮੈਨੂੰ ਕੀ ਪਤਾ ਸੀ ਕੀ ਹੋ ਜਾਏਗਾ। ਹੈ ਨਾ ਕਿ ਮੇਰਾ ਇੱਕ ਜਿਹੜੀ ਕਿਤਾਬ ਹੈ ਉਹ ਗਵਰਨਰ ਲਾਂਚ ਕਰ ਰਿਹਾ ਹੈ, ਕਿਤੇ ਉਹਦੇ ਬਾਰੇ 'ਚ ਸੀਰੀਅਲਾਈਜ਼ ਹੋ ਰਹੀ ਹੈ ਇੱਕ ਕਿਤਾਬ, ਕਿਸੇ ਨੂੰ ਬੈਸਟ ਆਥਰ ਅਵਾਰਡ ਮਿਲ ਰਿਹਾ ਕਿਤਾਬ ਨੂੰ। ਇਹ ਸਭ ਮੇਰੀ ਉਹ ਅੰਦਰ ਦੀ ਸ਼ਕਤੀ ਹੈ ਜਿਹੜੀ ਮੈਂ ਚਾਹੁੰਦੀ ਹਾਂ ਕਿ ਸਾਰੇ ਔਰਤਾਂ ਲੱਭਣ ਆਪਣੇ ਅੰਦਰ ਔਰ ਕਦੀ ਵੀ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ। ਅੱਜ ਵੂਮੈਨਸ ਡੇ 'ਤੇ ਤੁਸੀਂ ਵਾਅਦਾ ਕਰੋ ਆਪਣੇ ਆਪ ਨਾਲ ਕਿ ਬਈ ਜਾ ਢੋਲਾ ਵੇ ਜਾਂਦਾ ਹੀ ਤੇਰੇ ਨਾਲ ਸਾਡਾ ਪੋਲਾ ਵੇ, ਹੈ ਨਾ। ਜਾਂ ਮਤਲਬ ਬੰਦਾ ਹੀ ਕਿਉਂ ਕਵੇ ਕਿ ਕੀ ਕਰਦੀਆਂ ਇੱਧਰ ਆ। ਮਤਲਬ ਯੂ ਸ਼ੁੱਡ ਨੋ ਕਿ ਯੂ ਆਰ ਇਨਫ। ਤੁਸੀਂ ਆਪਣੇ ਆਪ ਨੂੰ ਪੂਰਾ ਸਮਝੋ
ਕਦੀ ਵੀ ਜ਼ਰਾ ਜਿਹਾ ਘੱਟ ਨਾ ਸਮਝੋ, ਕਿਉਂਕਿ ਬੰਦਾ ਨਹੀਂ ਹੈਗਾ, ਬੰਦਾ ਸ਼ਿਵ ਸ਼ਕਤੀ ਵਕਨ ਅਰਧਨਾਰੇਸ਼ਵਰ ਦਾ ਰੂਪ ਤੁਸੀਂ ਹੈਗੇ ਹੋ। ਤੁਸੀਂ ਉਹਦੇ ਨਾਲ ਇਨਕੰਪਲੀਟ ਵੈਸੇ ਹੋ ਬਈ ਤੁਸੀਂ ਕੰਪਲੀਟ ਹੋ, ਬਟ ਐਜ਼ ਅ ਵੂਮਨ ਯੂ ਆਰ ਇਨਫ, ਤੁਸੀਂ ਬਹੁਤ ਹੋ ਆਪਣੇ ਵਾਸਤੇ। ਜੀ ਬਹੁਤ ਵਧੀਆ ਵਿਚਾਰ ਆ ਤੁਹਾਡੇ। ਮੈਨੂੰ ਲੱਗਦਾ ਜਿਹੜੇ ਸਾਡੇ ਨਾਲ ਜੁੜੀਆਂ ਹੋਈਆਂ ਔਰਤਾਂ ਨੇ ਸਾਡਾ ਸ਼ੋਅ ਇਸ ਟਾਈਮ ਦੇਖ ਰਹੀਆਂ ਜੀ, ਇੱਕ ਤਰ੍ਹਾਂ ਦੀ ਕਹਿ ਲਓ ਕਿ ਇੱਕ ਹਿੰਮਤ, ਇੱਕ ਜਜ਼ਬਾ ਉਹਨਾਂ ਦੇ ਅੰਦਰ ਜ਼ਰੂਰ ਆਊਗਾ। ਥੈਂਕ ਯੂ। ਔਰ ਜੇਕਰ ਗੱਲ ਕੀਤੀ ਜਾਵੇ ਕਿ ਔਰਤ, ਜਿਸ ਤਰ੍ਹਾਂ ਤੁਸੀਂ ਕਿਹਾ ਕਿ ਔਰਤ ਨੂੰ ਆਪਣੇ ਆਪ ਨੂੰ ਘੱਟ ਨਹੀਂ ਸਮਝਣਾ ਚਾਹੀਦਾ, ਤੇ ਕਿਸ ਤਰ੍ਹਾਂ ਇੱਕ ਔਰਤ ਆਪਦੇ ਆਪ ਨੂੰ ਪਹਿਚਾਨ ਸਕਦੀ ਆ? ਔਰਤ ਨੂੰ ਚਾਹੀਦਾ ਕਿ ਪਹਿਲੇ ਤਾਂ ਆਪਣੇ ਆਪ ਨੂੰ ਸੋਚੇ ਕਿ ਮੈਂ ਜਦ ਵਾਹਿਗੁਰੂ ਨੇ ਮੈਨੂੰ ਇਸ ਦੁਨੀਆ ਤੇ ਭੇਜਿਆ ਹੈ ਤੇ ਮੈਂ ਤਾਂ ਪਹਿਲੇ ਹੀ ਸਪੈਸ਼ਲ ਹੋ ਗਈ, ਬਿਕੋਜ਼ ਮੈਨੂੰ ਲਾਈਫ ਮਿਲੀ ਹੈ। ਲਾਈਫ ਦੀ ਜੋ ਗਿਫਟ ਹੁੰਦੀ ਹੈ ਨਾ, ਜ਼ਿੰਦਾ ਰਹਿਣ ਦੀ ਜਿਹੜੀ ਗਿਫਟ ਹੁੰਦੀ ਹੈ ਨਾ, ਜ਼ੀਸਤ ਕੀ ਨਾ ਮੁਰਾਦ ਚਾਲੋਂ में हम तो उलझे रहे सवालों में, ਮੇਰਾ ਇੱਕ ਸ਼ੇਰ ਸੀਗਾ ਕਿ ਮਤਲਬ ਹਮ ਜ਼ਿੰਦਗੀ ਵਿੱਚ ਅਸੀਂ ਐਵੇਂ ਉਲਝੇ ਰਹਿੰਦੇ ਆ। ਜ਼ਿੰਦਗੀ ਬੜੀ ਅਨਕੰਪਲਿਕੇਟਿਡ ਹੈ, ਬਿਊਟੀਫੁਲ ਹੈ, ਇੱਕ ਸਾਨੂੰ ਤੋਹਫਾ ਮਿਲਿਆ, ਅਸੀਂ ਉਹਨੂੰ ਹੀ ਪਹਿਲੇ ਤੋਹਫਾ ਸਮਝ ਕੇ ਭੋਗੀਏ ਤੇ ਮਾਣੀਏ। ਹਰ ਸਵੇਰੇ ਉੱਠ ਕੇ ਸੜੀ ਹੋਈ ਸ਼ਕਲ ਬਣਾ ਕੇ, ਜਿਹਨੂੰ ਕਿ ਸਾਡੇ ਪੰਜਾਬ ਸੜੀ ਬੂਥੀ ਕਹਿੰਦੇ ਹੈ, ਉਹ ਬਣਾ ਕੇ ਨਾ ਉੱਠੀਏ। ਸਵੇਰੇ ਉੱਠੀਏ, ਸ਼ੁਕਰਾਨਾ ਕਰਕੇ ਉੱਠੀਏ, ਸਮਾਈਲ ਕਰਕੇ ਉੱਠੀਏ ਕਿ ਵਾਹ ਅੱਜ ਤੇ ਮੈਨੂੰ ਇੱਕ ਹੋਰ ਦਿਨ ਦਾ ਗਿਫਟ ਮਿਲਿਆ, ਅੱਜ ਮੈਂ ਕੀ ਕਰਾਂਗੀ, ਹੈ ਨਾ। ਔਰ ਦੂਜੀ ਗੱਲ ਹੈ ਜਿਹੜੀ ਮੈਨੂੰ ਲੱਗਦਾ ਕਿ ਸਾਨੂੰ ਸਪੈਸ਼ਲ ਬਣਾਉਂਦੀ ਹੈ ਐਜ਼ ਵੂਮਨ, ਕਿ ਵੀ ਸ਼ੁੱਡ ਆਲਵੇਜ਼ ਟਰਾਈ ਐਂਡ ਗਿਵ ਆ ਬੈਸਟ। ਮਤਲਬ ਜੇ ਮੈਂ ਹੁਣ ਤੁਹਾਡੇ ਨਾਲ ਬੈਠੀ ਹਾਂ ਤੇ ਮੈਂ ਕਹਾਂ ਹਾਏ ਰਾਜਵਿੰਦਰ ਕਿੰਨਾ ਸੋਹਣਾ ਬੋਲਦੇ ਹੋ ਤੁਸੀਂ, ਹੈ ਨਾ, ਰਾਜਵਿੰਦਰ ਅੱਜ ਤੁਸੀਂ ਤੁਹਾਡੀ ਜੁੱਤੀ ਬੜੀ ਪਿਆਰੀ ਹੈ, ਕਿੱਥੋਂ ਲਿੱਤੀ ਹੈ? ਨਿੱਕੀ ਜੀ ਗੱਲ ਨਾਲ ਬਿਲਕੁਲ ਇੱਕ ਬੰਦੇ ਦਾ ਮੈਨੂੰ ਲੱਗਦਾ ਮੂਡ ਬਦਲ ਜਾਂਦਾ, ਖਾਣਾ ਬਦਲ ਜਾਂਦਾ, ਪੂਰਾ ਤੁਹਾਡਾ ਵਿਚਾਰ ਬਦਲ ਜਾਂਦਾ, ਕਿਉਂਕਿ ਆਨੰਦ ਕੀ ਫੁੱਲ झड़ियाँ, अब छोटी छोटी चिंगारियाँ, खुशियाँ, खुशी की बांटो, आपको दुगनी तिगनी होके वापस आएंगी। यू नो यू विल बी लव्ड मोर। ਜਦੋਂ ਤੁਹਾਨੂੰ ਲਵ ਦਾ ਤੁਹਾਡੇ ਆਸ-ਪਾਸ ਇੱਕ ਕੋਕੂਨ ਬਣ ਜਾਂਦਾ, ਜਿਵੇਂ ਸਿਲਕ ਵਰਮ ਦੇ ਬਣ ਜਾਂਦਾ ਹੈ ਨਾ, ਫਿਰ ਨਥਿੰਗ ਕੈਨ ਸਟਾਪ ਯੂ। ਇਹ ਸਾਡੀ ਪਹਿਚਾਨ ਹੈ, ਵੂਮਨ ਇਜ਼ ਲਵ। ਗਿਵ ਅ ਲਿਟਲ ਯੂ ਵਿਲ ਗੈਟ ਮੈਨੀ ਫੋਲਡ। ਜੀ ਤੋ ਬਿਲਕੁਲ ਜੀ। ਔਰ ਜੇਕਰ ਆਪਾਂ ਅਧਿਕਾਰਾਂ ਦੀ ਗੱਲ ਕਰਦੇ ਹਾਂ ਤਾਂ ਬਹੁਤ ਸਾਰੇ ਅਧਿਕਾਰ ਸਾਨੂੰ ਮਿਲੇ ਹੋਏ ਆ, ਪਰ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੇ ਅਧਿਕਾਰ ਆ ਉਹ ਕਿਤੇ ਨਾ ਕਿਤੇ ਰਸਤੇ 'ਚ ਹੀ ਦੱਬ ਜਾਂਦੇ ਆ? ਨਹੀਂ, ਉਹ ਇਸ ਕਰਕੇ ਹੈ ਕਿ ਅਸੀਂ ਅਜੇ ਵੀ ਇੱਕ ਪੈਟਰੀਆਰਕਲ ਸੁਸਾਇਟੀ ਵਿੱਚ ਰਹਿ ਰਹੇ ਹਾਂ, ਮਰਦ ਪ੍ਰਧਾਨ ਹੈ। ਕਿਉਂਕਿ ਮੈਂ ਸੁਣਿਆ ਹੈ ਔਰ ਮੈਂ ਵੇਖਿਆ ਵੀ ਹੈ ਕਿ ਜਦੋਂ ਇਲੈਕਸ਼ਨਾਂ ਵਿੱਚ ਵੀ ਜਿਹੜੀਆਂ ਵੋਟੀਆਂ ਤੇ ਬੇਟੀਆਂ ਖੜੀਆਂ ਹੁੰਦੀਆਂ, ਉਹ ਸਿਰਫ ਨੋਮੀਨਲ ਖੜੀਆਂ ਹੁੰਦੀਆਂ। ਐਕਚੁਅਲੀ ਜਿਹੜਾ ਬੰਦਾ ਹੈ ਉਹਨੇ ਅੱਗੋਂ ਆਪਣਾ ਫਰੰਟ ਜਿਵੇਂ ਨਾ ਬਣਾਇਆ ਹੁੰਦਾ ਹੈ, ਰਿਸੈਪਸ਼ਨ ਡੈਸਕ, ਵਿਚ ਇਜ਼ ਨਾਟ ਕਰੈਕਟ। ਕਿਉਂਕਿ ਕੀ ਹੈ ਕਿ ਅਸੀਂ ਉਹਨਾਂ ਨੂੰ ਉਹ ਅਧਿਕਾਰ ਲੈਣ ਦਿੰਦੇ ਹਾਂ ਆਪਣੇ ਆਪ ਦਾ, ਹੈ ਨਾ। ਮਤਲਬ ਮੈਂ ਹੋਰ ਕੀ ਗੱਲ ਕਰਾਂ, ਮੈਂ ਆਪ ਜਦੋਂ ਲਿਖਦੀ ਹਾਂ ਮੈਂ ਕਿੰਨੀ ਵਾਰੀ ਗਿਲਟੀ ਫੀਲ ਕਰਦੀ ਹਾਂ ਕਿ ਅੱਜ ਲਾਈਟ ਬੜੀ ਦੇਰ ਤੱਕ ਜਲ ਰਹੀ ਹੈ, ਕਰਨਲ ਸਾਹਿਬ ਨੇ ਤਾਂ ਸੌਣਾ ਹੋਣਾ ਹੈ, ਤੇ ਉਹ ਜਦੋਂ ਮੈਨੂੰ ਘੂਰ ਕੇ ਵੇਖਦੇ ਮੈਂ ਅਜੇ ਵੀ ਤਰਬਕ ਜਾਂਦੀ ਹਾਂ। ਕਿਉਂ? ਕਿਉਂਕਿ ਸਾਨੂੰ ਲੋਕਾਂ ਦਾ ਫਿਕਰ ਹੈ, ਅਸੀਂ ਫਿਕਰਮੰਦ ਹੁੰਦੇ ਹਾਂ ਕਿ ਯੂ ਨੋ ਅਗਲਾ ਦੁਖੀ ਨਾ ਹੋਵੇ। ਇਸੇ ਤਰ੍ਹਾਂ ਅਗਰ ਅਸੀਂ ਆਪਣਾ ਫਿਕਰ ਕਰਨਾ ਸ਼ੁਰੂ ਕਰੀਏ, ਜਿਹੜਾ ਕਿ ਮੈਂ ਹੁਣ ਹੌਲੀ ਹੌਲੀ ਕਰਨਾ ਸ਼ੁਰੂ ਕੀਤਾ ਹੈ, ਤੇ ਮੈਂ ਦੇਖਿਆ ਹੈ ਕਿ ਤੁਸੀਂ ਆਪਣੇ ਬੈਸਟ ਫਰੈਂਡ ਬਣੋ। ਆਪਣੇ ਅਧਿਕਾਰਾਂ ਨੂੰ ਤੁਸੀਂ ਮੰਗੋ ਨਾ, ਇੰਝ ਕਰਕੇ ਨਾ, ਮਤਲਬ ਜ਼ਬਰਦਸਤੀ ਨਾ ਮੰਗੋ, ਉੱਦਾਂ ਮੰਗੋ ਜਿਵੇਂ ਸਾਡੀ ਨਾਨੀਆਂ ਪਰਦਾਨੀਆਂ ਕਰਦੀਆਂ ਸਨ। ਉਹ ਘਰ 'ਚ ਬੈਠ ਕੇ ਰਾਜ ਕਰਦੀਆਂ ਸਨ, ਉਹਨਾਂ ਨੇ ਕੋਈ ਸਾਈਕੋਲੋਜੀ ਨਹੀਂ ਸੀ ਪੜ੍ਹੀ, ਉਹਨਾਂ ਨੇ ਕੋਈ ਵਿਮਨਸ ਲਿਬਰੇਸ਼ਨ ਬਾਰੇ ਨਹੀਂ ਸੀ ਪੜ੍ਹਿਆ, ਲੇਕਿਨ ਉਹ ਜਦੋਂ ਦਾਦੀ ਨਾਨੀ ਬੈਠਦੀ ਸੀ ਉਹਦੇ ਮੂੰਹ ਤੇ ਨੂਰ ਹੁੰਦਾ ਸੀ ਚਿਹਰੇ ਦੇ, ਉਹ ਆਪਣੇ ਘਰ ਦੀ ਪਟਰਾਣੀ ਹੁੰਦੀ ਸੀ, ਕਿਉਂਕਿ ਉਹਨੂੰ ਪਤਾ ਸੀ ਕਿ ਮੇਰਾ ਆਦਮੀ ਵੀ ਇੱਕ ਆਪਣੀ ਥਾਂ ਤੇ ਕੁਝ ਹੈ ਔਰ ਮੈਂ ਉਹ ਮੈਨੂੰ ਵੀ ਉਨਾ ਹੀ ਪਿਆਰ ਕਰਦਾ ਹੈ। ਤੇ ਤੁਸੀਂ ਲੜਾਈ ਕਾਹਦੀ ਕਰਦੇ ਹੋ? ਜੀ, ਲੜਾਈ ਮੰਗਣ ਨਾਲ ਕਦੀ ਅਧਿਕਾਰ ਨਹੀਂ ਮਿਲਦੇ, ਉਹ ਸਗੋਂ ਮਤਲਬ ਤੁਹਾਨੂੰ ਦਬਾਇਆ ਜਾਂਦਾ, ਸਕੁਆਸ਼ ਕੀਤਾ ਜਾਂਦਾ। ਯੂ ਸ਼ੁਡ ਜਸਟ ਕਮਾਂਡ ਇਟ, ਨੈਵਰ ਡਿਮਾਂਡ ਇਟ, ਹੈ ਨਾ। ਯੂ ਸ਼ੁਡ ਬੀ ਵਰਦੀ ਆਫ ਇਟ। ਇੰਨੇ ਗ੍ਰੇਟ ਬਣੋ ਤੁਸੀਂ, ਆਪਣੇ ਆਪ ਨੂੰ ਇੰਨਾ ਤੁਸੀਂ ਸੁਲਝਿਆ ਹੋਇਆ ਸੁਧਾਰ ਲਓ ਕਿ ਤੁਹਾਨੂੰ ਕਮਾਂਡ, ਰਿਸਪੈਕਟ ਮਿਲੇ, ਉਹ ਪਿਆਰ ਮਿਲੇ, ਉਹ ਇੱਜ਼ਤ ਮਿਲੇ, ਤੁਹਾਨੂੰ ਮੰਗਣੀ ਨਾ ਪਵੇ। ਔਰ ਮਹਿਲਾ ਦਿਵਸ ਤੇ ਤੁਸੀਂ ਔਰਤਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ? ਮੈਂ ਤਾਂ ਇਹੀ ਕਹਾਂਗੀ ਕਿ ਹਰ ਔਰਤ ਵਿੱਚ ਇੱਕ ਬੜੀ ਖੂਬਸੂਰਤ ਸੋਲ ਹੁੰਦਾ, ਜਿਵੇਂ ਕਿ ਹਰ ਇਨਸਾਨ ਵਿੱਚ ਹੁੰਦਾ ਹੈ। ਤੁਹਾਡਾ ਸੋਲ ਵੀ ਇੰਨਾ ਪਿਓਰ ਔਰ ਇੰਨਾ ਬਿਊਟੀਫੁਲ ਹੈ ਕਿ ਤੁਸੀਂ ਆਲਵੇਜ਼ ਟਰਾਈ ਐਂਡ ਬੈਟਰ ਇਟ। ਆਪਣੇ ਆਪ ਨੂੰ ਬੈਟਰ ਕਰੋ, ਆਪਣੇ ਆਪ ਨੂੰ ਕੰਪਲੀਟ ਕਰਦੇ ਰਿਹਾ ਕਰੋ, ਹਮੇਸ਼ਾ ਕੁਛ ਨਾ ਕੁਛ ਨਵਾਂ ਸਿੱਖਿਆ ਕਰਿਆ ਕਰੋ, ਨਵੀਂ ਚੀਜ਼ ਕਰੋ, ਕਦੀ ਵੀ ਡਿਪਰੈਸ਼ਨਸ ਵਿੱਚ ਨਾ ਜਾਓ, ਜਿਹੜੀ ਕਿ ਮਾਡਰਨ ਡੇ ਦੀ ਏਲਮੈਂਟ ਹੈ ਔਰਤਾਂ ਨੂੰ। ਇੱਕ ਛੋਟੇ ਜਿਹੇ ਤੁਸੀਂ ਹੈਪੀ ਚੀਜ਼ ਕਿਸੇ ਵਾਸਤੇ ਕਰਕੇ ਉਹਦੇ ਨਾਲ ਖੁਸ਼ੀ ਲੈ ਲਓ, ਆਪਣੇ ਵਾਸਤੇ ਕੋਈ ਨਵੀਂ ਚੀਜ਼, ਕਿਸੇ ਦਿਨ ਆਪਣੇ ਵਾਸਤੇ ਵੀ ਕੁਝ ਖਾਣ ਨੂੰ ਬਣਾਓ,
ਇਹ ਨਹੀਂ ਕਿ ਕਾਕੇ ਨੂੰ ਪਸੰਦ ਹੈ, ਉਹਦੇ ਭਾਈਏ ਨੂੰ ਪਸੰਦ ਹੈ। ਕਿਸੇ ਦਿਨ ਕੋਸ਼ਿਸ਼ ਕਰੋ ਕਿ ਬਿਨਾਂ ਗਿਲਟ ਦੇ love yourself, learn to love yourself is my message to my women friends all over the world ਕਿ ਆਪਣੇ ਆਪ ਨੂੰ ਇਸ ਲਾਇਕ ਸਮਝੋ ਕਿ ਤੁਹਾਨੂੰ ਪਿਆਰ ਕੀਤਾ ਜਾਵੇ। ਤੁਸੀਂ ਐਸੀ ਕਰਕੇ ਪੈਦਾ ਹੋਏ ਹੋ ਕਿਉਂਕਿ ਤੁਸੀਂ ਇੱਕ ਸਪੈਸ਼ਲ ਬੀਇੰਗ ਹੋ। ਹੈਪੀ ਵੂਮੈਨਸ ਡੇ ਟੂ ਯੂ। ਬਹੁਤ ਹੀ ਖੂਬਸੂਰਤ ਸੁਨੇਹੇ ਦੇ ਨਾਲ ਅੱਜ ਦਾ ਪ੍ਰੋਗਰਾਮ ਇੱਥੇ ਹੀ ਖਤਮ ਕਰਾਂਗੇ, ਪਰ ਮੈਮ ਜਾਂਦੇ ਜਾਂਦੇ ਤੁਹਾਡੇ ਤੋਂ ਇੱਕ ਛੋਟੀ ਜਿਹੀ ਕਵਿਤਾ ਹੋਰ ਹੋ ਜਾਏ। ਲੱਭਣੀ ਪੈਣੀ ਹੈ ਮੈਨੂੰ, ਦੇਖਾਂ ਬੱਚੇ। ਮੇਰੀ ਕਵਿਤਾ ਦਾ ਨਾਮ ਹੈ फौजी दी बसंत जी। पतंग पीले खेत के ऊपर लहराती रही, हिंदी दी है, शुद्ध हिंदी दी। पतंग पीले खेत के ऊपर लहराती रही, सरसों के साथ मेरा मन भी खिल उठा था, सरसों के साथ मेरा मन भी खिल उठा था। उस बसंत की बात कुछ अनोखी थी, तुम्हारा साफा सूरज की किरण था सुनहरी तारों वाला, तुम्हारा साफा सूरज की किरण था सुनहरी तारों वाला। मैंने अपनी चुन्नी भी पीली गेंदे की माला जैसी रंगवाई थी। रंगरेज बोला सरदार जी की पगड़ी जैसी ही रंग दूंगा। चावल महके थे केसर की खुशबू से, मीठे भी बहुत थे, पर उस दिन भी आप छुट्टी ना ले पाए। तब भी बसंत आई थी और आकर चली गई थी, तब भी बसंत आई थी और आकर चली गई। ਬਹੁਤ ਖੂਬ ਮੈਮ। ਔਰ ਤੁਸੀਂ ਸਾਡੇ ਇਸ ਪ੍ਰੋਗਰਾਮ ਦੇ ਵਿੱਚ ਆਏ, ਬਹੁਤ ਹੀ ਜਿਹੜੀਆਂ ਅੱਛੀਆਂ ਗੱਲਾਂ ਤੁਹਾਡੇ ਨਾਲ ਕੀਤੀਆਂ, ਔਰ ਮੈਨੂੰ ਲੱਗਦਾ ਸਾਡੀਆਂ ਜਿਹੜੀਆਂ ਵਿਮਨਸ ਹੋਣਗੀਆਂ ਉਹਨਾਂ ਨੂੰ ਵੀ ਕਾਫੀ ਪ੍ਰੇਰਨਾ ਮਿਲੂਗੀ ਕਿ ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਅੱਗੇ ਵਧ ਸਕਦੇ ਹਾਂ, ਕਿਸ ਤਰ੍ਹਾਂ ਆਪਦੀ ਪਹਿਚਾਣ ਕਰ ਸਕਦੇ ਹਾਂ, ਕਿਸ ਤਰ੍ਹਾਂ ਆਪਣੇ ਹਾਲਾਤਾਂ ਦੇ ਨਾਲ ਲੜ ਸਕਦੇ ਹਾਂ। ਤੁਸੀਂ ਸਾਡੇ ਪ੍ਰੋਗਰਾਮ ਦੇ ਵਿੱਚ ਆਏ, ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਮਿਹਰਬਾਨੀ ਹੈ ਜੀ ਤੁਹਾਡੀ ਰਾਜਵਿੰਦਰ, ਸੋਹਣੀਆਂ ਸੋਹਣੀਆਂ ਗੱਲਾਂ ਕੀਤੀਆਂ, ਬਹੁਤ ਅੱਛਾ ਤੁਹਾਡੇ ਨਾਲ ਗੁਫ਼ਤਗੂ ਕਰਨ ਦਾ ਮੌਕਾ ਮਿਲਿਆ। ਮੈਂ ਦੀ ਅਨਮਿਊਟ ਨੂੰ ਬਹੁਤ ਸ਼ੁਕਰਾਨਾ ਕਰਦੀ ਹਾਂ ਕਿ ਤੁਸੀਂ ਮੈਨੂੰ ਇਸ ਲਾਇਕ ਸਮਝਿਆ। ਸਤਿ ਸ਼੍ਰੀ ਅਕਾਲ। ਥੈਂਕ ਯੂ ਮੈਮ।